ਅੱਜ ਇਸ ਵੇਲੇ ਆਓ ਅਸੀਂ ਇੱਕ ਦੂਸਰੇ ਦਾ ਆਦਰ ਕਰੋ। ਇਸ ਲੇਖ ਹੇਠ ਪਰਮੇਸ਼ਵਰ ਦੇ ਵਚਨ ਸਾਂਝਾ ਕਰੀਏ। ਜਿਸ ਦਿਨ ਅਸੀਂ ਆਪਣੇ ਸਵਰਗੀ ਘਰ ਵਿੱਚ ਵਾਪਸ ਜਾਵਾਂਗੇ, ਕੀ ਅਸੀਂ ਅਚਾਨਕ ਆਤਮਿਕ ਸਰੀਰ ਵਿੱਚ ਬਦਲ ਨਹੀਂ ਜਾਵਾਂਗੇ? ਜੇਕਰ ਇਸ ਤਰ੍ਹਾਂ ਹੈ ਤਾਂ ਸਿਰਫ ਸਾਡੇ ਸਰੀਰ ਦਾ ਹੀ ਬਦਲਾਵ ਨਹੀਂ ਹੋਣਾ ਚਾਹੀਦਾ, ਪਰ ਨਾਲ ਹੀ ਹੋਰ ਕੀ ਬਦਲਣਾ ਚਾਹੀਦਾ ਹੈ? ਸਾਡੇ ਸਾਰੇ ਗੁਣਾਂ ਨੂੰ ਵੀ ਬਦਲਣਾ ਪਵੇਗਾ। ਇਸ ਕਰਕੇ ਪਰਮੇਸ਼ਵਰ ਨੇ ਸਾਨੂੰ ਦੂਜਾ ਪਤਰਸ 1 ਵਿੱਚ ਸਿਖਾਇਆ ਹੈ ਕਿ ਸਾਨੂੰ ਈਸ਼ਵਰੀ ਸੁਭਾਅ ਵਿੱਚ ਭਾਗ ਲੈਣਾ ਚਾਹੀਦਾ ਹੈ। ਆਓ ਅਸੀਂ ਬਾਈਬਲ ਦੇ ਦੁਆਰਾ ਨਜ਼ਰ ਪਾਈਏ ਅਤੇ ਮਾਤਾ ਜੀ ਦੀਆਂ ਸਿੱਖਿਆਵਾਂ ਦੀ ਪੁਸ਼ਟੀ ਕਰੀਏ ਜੋ ਚਾਹੁੰਦੇ ਹਨ ਕਿ ਅਸੀਂ ਦੂਸਰਿਆਂ ਦਾ ਆਦਰ ਕਰੀਏ ਅਤੇ ਯਾਦ ਰੱਖੀਏ ਕਿ ਸਾਨੂੰ ਇਸ ਤਰ੍ਹਾਂ ਦੇ ਚਰਿੱਤਰ ਵਿੱਚ ਬਦਲਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਸੁਭਾਅ ਰੱਖਣਾ ਆਸਾਨ ਨਹੀਂ ਹੈ। ਫਿਰ ਵੀ ਕਿ ਸਾਨੂੰ ਮੁਸ਼ਕਿਲ ਤੋਂ ਬਚਣ ਦੀ ਕੋਸ਼ਿਸ਼ ਕਰਨ ਦੇ ਬਜਾਏ ਮੁਸ਼ਕਿਲ ਤੋਂ ਲੰਘਣਾ ਨਹੀਂ ਚਾਹੀਦਾ। ਆਓ ਅਸੀਂ ਦੂਜਾ ਪਤਰਸ ਅਧਿਆਇ 1 ਵਚਨ 3 ਵਿੱਚ ਇਸ ਸਿੱਖਿਆ ਨੂੰ ਦੇਖੀਏ। ਜਦੋਂ ਉਹਦੀ ਈਸ਼ਵਰੀ ਸਮਰੱਥਾ ਨੇ ਸਭ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ ਉਸੇ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਨੇ ਆਪਣੇ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ, ਜਿਨ੍ਹਾਂ ਦੇ ਰਾਹੀਂ ਉਹਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਅਦੇ ਦਿੱਤੇ ਹਨ। ਭਾਈ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ, ਅਸੀਂ ਕਿਸ ਪ੍ਰਕਾਰ ਦੇ ਸੁਭਾਅ ਵਿੱਚ ਸਾਂਝੀ ਹੋ ਜਾਈਏ। ਜਦੋਂ ਅਸੀਂ ਸਰੀਰ ਨੂੰ ਉਤਾਰਾਂਗੇ ਤਾਂ ਸਾਡਾ ਸਰੀਰ ਬਦਲ ਜਾਵੇਗਾ ਅਤੇ ਸਾਡੇ ਕੋਲ ਕੋਈ ਹੋਰ ਸਰੀਰ ਨਹੀਂ ਹੋਵੇਗਾ। ਜਦੋਂ ਅਸੀਂ ਆਪਣੇ ਆਤਮਿਕ ਸਰੀਰ ਵਿੱਚ ਹੁੰਦੇ ਹਾਂ ਤਾਂ ਸਾਡੇ ਮਨਾਂ ਨੂੰ ਸੰਸਾਰਿਕ ਚੀਜ਼ਾਂ ਨਾਲ ਨਹੀਂ ਭਰਨਾ ਚਾਹੀਦਾ, ਸਾਡੇ ਸਰੀਰ ਨੂੰ ਹੀ ਸਿਰਫ ਨਹੀਂ ਬਦਲਣਾ ਚਾਹੀਦਾ। ਇਸ ਲਈ ਲਿਖਿਆ ਹੈ, ਉਹਨਾਂ ਦੇ ਦੁਆਰਾ ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ। ਵਚਨ 5, ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਯਤਨ ਕਰਕੇ ਆਪਣੀ ਨਿਹਚਾ ਨਾਲ ਕੀ ਨੇਕੀ, ਵਿਸ਼ਵਾਸ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਹੈ। ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਦੀ ਨੀਂਹ ਦੇ ਉੱਪਰ ਨੇਕੀ ਨੂੰ ਜੋੜਨਾ ਚਾਹੀਦਾ ਹੈ ਅਤੇ ਨੇਕੀ ਨਾਲ ਕੀ ਗਿਆਨ ਅਤੇ ਗਿਆਨ ਨਾਲ ਕੀ ਸੰਜਮ ਅਤੇ ਸੰਜਮ ਨਾਲ ਧੀਰਜ। ਪਰਮੇਸ਼ਵਰ ਨੇ ਸੰਜਮ ਰੱਖਣ ਨੂੰ ਕਿਹਾ। ਜੇਕਰ ਸਾਡੇ ਕੋਲ ਸੰਜਮ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਕੰਮ ਕਰੀਏ ਜੋ ਅਨੁਚਿਤ ਹਨ ਤਾਂ ਸਾਡਾ ਸੁਭਾਅ ਅਧੂਰਾ ਰਹੇਗਾ ਅਤੇ ਅਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੇ। ਪਰਮੇਸ਼ਵਰ ਦੁਆਰਾ ਸਥਾਪਿਤ ਅਨੰਤ ਸਵਰਗੀ ਰਾਜ ਸਾਡੇ ਘਰ ਵਿੱਚ ਮੁੜਨ ਦੇ ਲਈ ਸਾਡੇ ਕੋਲ ਈਸ਼ਵਰੀ ਸੁਭਾਅ ਹੋਣਾ ਚਾਹੀਦਾ ਹੈ, ਜਿਵੇਂ ਸਵਰਗ ਦੂਤਾਂ ਕੋਲ ਆਪਣੇ ਸਵਰਗ ਦੂਤਾਂ ਦਾ ਸੁਭਾਅ ਹੁੰਦਾ ਹੈ। ਆਓ ਅਸੀਂ ਵਚਨ 6 ਦੇ ਨਾਲ ਜਾਰੀ ਰਹੀਏ। ਅਤੇ ਗਿਆਨ ਨਾਲ ਕੀ ਸੰਜਮ ਅਤੇ ਸੰਜਮ ਨਾਲ ਕੀ ਧੀਰਜ ਅਤੇ ਧੀਰਜ ਨਾਲ ਕੀ ਭਗਤੀ। ਸਾਨੂੰ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਇਹਨਾਂ ਸਾਰਿਆਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਵਚਨ 7, ਅਤੇ ਭਗਤੀ ਨਾਲ ਕੀ ਪਰਪਨ ਦਾ ਪ੍ਰੇਮ ਅਤੇ ਪਰਪਨ ਦੇ ਪ੍ਰੇਮ ਨਾਲ ਕੀ ਪ੍ਰੇਮ ਨੂੰ ਵਧਾਈ ਜਾਓ, ਕਿਉਂ ਜੋ ਇਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ। ਕਿਉਂਕਿ ਜਿਸ ਵਿੱਚ ਇਹ ਗੱਲਾਂ ਨਹੀਂ ਉਹ ਕੀ ਹੈ, ਇਹ ਆਤਮਿਕ ਰੂਪ ਨਾਲ ਅੰਨਾ ਹੈ ਅਤੇ ਉਸ ਨੂੰ ਮੋਟਾ ਵਿਖਾਈ ਦਿੰਦਾ ਹੈ। ਜੇਕਰ ਕੋਈ ਇਹ ਸਿਖਾਉਂਦਾ ਹੈ ਕਿ ਸਾਨੂੰ ਸਾਰਿਆਂ ਨੂੰ ਮੁਕਤੀ ਪਾਉਣ ਦੇ ਲਈ ਬਸ ਸਬਤ ਦਾ ਦਿਨ ਅਤੇ ਪਸਾ ਮਨਾਉਣਾ ਚਾਹੀਦਾ ਹੈ, ਪਰ ਉਹ ਨਹੀਂ ਸਿਖਾਉਂਦਾ ਕਿ ਸਾਨੂੰ ਇਸ ਪ੍ਰਕਾਰ ਦੀ ਈਸ਼ਵਰੀ ਸੁਭਾਅ ਦੀ ਜ਼ਰੂਰਤ ਹੈ, ਤਦ ਉਹ ਵਿਅਕਤੀ ਅੰਨਾ ਹੈ ਅਤੇ ਉਹਨੂੰ ਮੋਟਾ ਵਿਖਾਈ ਦਿੰਦਾ ਹੈ। ਮੋਟਾ ਵਿਖਾਈ ਦੇਣ ਦਾ ਮਤਲਬ ਹੈ ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਨੂੰ ਨਹੀਂ ਦੇਖ ਸਕਦਾ ਅਤੇ ਭੁੱਲ ਗਿਆ ਹੈ, ਭਾਈ ਮੈਂ ਆਪਣੇ ਅਗਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸਾਂ। ਜੋ ਲੋਕ ਸਿਖਾਉਂਦੇ ਹਨ ਜਾਂ ਸੋਚਦੇ ਹਨ ਕਿ ਸਾਨੂੰ ਇਹਨਾਂ ਗੁਣਾਂ ਦੀ ਜ਼ਰੂਰਤ ਨਹੀਂ ਹੈ, ਤਦ ਉਹ ਆਖਰਕਾਰ ਅਤੀਤ ਵਿੱਚ ਕੀਤੇ ਗਏ ਪਾਪਾਂ ਨੂੰ ਭੁੱਲ ਕੇ ਮੂਰਖਤਾ ਭਰੇ ਕੰਮ ਕਰਨਗੇ ਅਤੇ ਆਪਣੇ ਆਪ ਨੂੰ ਧਰਮੀ ਠਹਿਰਾਉਣਗੇ। ਵਚਨ 10, ਇਸ ਕਾਰਨ ਹੈ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ। ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਕਰਨਾ ਚਾਹੀਦਾ ਹੈ, ਕਿਉਂ ਜੋ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯੀਸ਼ੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁੱਲ੍ਹ ਨਾਲ ਪ੍ਰਵੇਸ਼ ਕਰਨਾ ਮਿਲੇਗਾ।
ਸੱਚਾਈ ਵਿੱਚ ਆਉਣ ਤੋਂ ਬਾਅਦ ਸਾਨੂੰ ਸਭ ਤੋਂ ਪਹਿਲਾਂ ਜੋ ਕੰਮ ਕਰਨਾ ਚਾਹੀਦਾ ਹੈ, ਉਹ ਹੈ ਸਾਡੇ ਵਿਸ਼ਵਾਸ ਨੂੰ ਵਧਾਉਣਾ। ਜੇਕਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਵਿਸ਼ਵਾਸ ਹੈ, ਤਾਂ ਤੁਹਾਨੂੰ ਉਸ ਵਿਸ਼ਵਾਸ ਤੋਂ ਇਲਾਵਾ ਇਹਨਾਂ ਸਾਰੇ ਗੁਣਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਜੰਗਲ ਵਿੱਚ 40 ਸਾਲ ਦੀ ਲੰਬੀ ਯਾਤਰਾ ਦੇ ਦੌਰਾਨ ਉਹ ਲੋਕ ਮਿਸਰੀ ਜਾਂ ਕੋਈ ਹੋਰ ਲੋਕ ਨਹੀਂ ਸੀ, ਪਰ ਇਜ਼ਰਾਈਲੀ ਸੀ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਸੀ। ਫਿਰ ਉਹ ਜੰਗਲ ਵਿੱਚ ਕਿਉਂ ਨਸ਼ਟ ਹੋ ਗਏ? ਸਾਨੂੰ ਇਸ ਬਾਰੇ ਸਾਵਧਾਨੀ ਨਾਲ ਸੋਚਣ ਦੀ ਜ਼ਰੂਰਤ ਹੈ। ਜੋ ਲੋਕ ਈਸ਼ਵਰੀ ਸੁਭਾਅ ਦੀਆਂ ਸਿੱਖਿਆਵਾਂ ਨੂੰ ਅਭਿਆਸ ਵਿੱਚ ਲਿਆਉਂਦੇ ਹਨ, ਉਹ ਪਰਮੇਸ਼ਵਰ ਦੇ ਅਨੰਤ ਰਾਜ ਵਿੱਚ ਇੱਕ ਸ਼ਾਹੀ ਸਵਾਗਤ ਪ੍ਰਾਪਤ ਕਰਨਗੇ। ਕੁਝ ਲੋਕ ਸੋਚ ਸਕਦੇ ਹਨ, ਪਰਮੇਸ਼ਵਰ ਦਾ ਸੱਚ ਇੰਨਾ ਚੰਗਾ ਹੈ ਕਿ ਸਾਨੂੰ ਸਵਰਗ ਜਾਣ ਦੇ ਲਈ ਇਹਨਾਂ ਗੁਣਾਂ ਦੀ ਜ਼ਰੂਰਤ ਨਹੀਂ ਹੈ, ਹੈ ਨਾ? ਸਾਨੂੰ ਇਹਨਾਂ ਗੁਣਾਂ ਦੀ ਵੀ ਜ਼ਰੂਰਤ ਹੈ। ਭਾਈ, ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਕੀ ਨਾ ਹੋਵੇਗਾ? ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਬਿਧ ਨਾ ਵੜੋਗੇ। ਕੀ ਤੁਹਾਨੂੰ ਲੱਗਦਾ ਹੈ ਕਿ ਯੀਸ਼ੂ ਨੇ ਇਸ ਤਰ੍ਹਾਂ ਹੀ ਇਹ ਕਿਹਾ ਸੀ? ਉਹਨਾਂ ਨੇ ਕਿਹਾ, ਤੁਸੀਂ ਵੜ ਨਹੀਂ ਸਕਦੇ ਕਿਉਂਕਿ ਤੁਸੀਂ ਸੱਚਮੁੱਚ ਨਹੀਂ ਵੜ ਸਕਦੇ। ਮਸੀਹ ਦੀਆਂ ਸਾਰੀਆਂ ਸਿੱਖਿਆਵਾਂ ਅਤੇ ਵਚਨ ਸੱਚ ਹਨ। ਜੇਕਰ ਅਸੀਂ ਉਹਨਾਂ ਗੁਣਾਂ ਨੂੰ ਵਧਾ ਨਹੀਂ ਸਕਦੇ, ਤਦ ਅਸੀਂ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਪਰਮੇਸ਼ਵਰ ਸਾਨੂੰ ਫਿਰ ਤੋਂ ਜਨਮ ਲੈਣ ਦੇ ਲਈ ਅਗਵਾਈ ਕਰ ਰਹੇ ਹਨ, ਤਾਂ ਜੋ ਅਸੀਂ ਉਹਨਾਂ ਦੇ ਰਾਜ ਵਿੱਚ ਇੱਕ ਸ਼ਾਹੀ ਸਵਾਗਤ ਪ੍ਰਾਪਤ ਕਰ ਸਕੀਏ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਤੁਹਾਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਦੁਨੀਆ ਇਹਨਾਂ ਸਿੱਖਿਆਵਾਂ ਦੇ ਅਨੁਸਾਰ ਕਿਉਂ ਨਹੀਂ ਜਿਉਂਦੀ, ਕਿਉਂਕਿ ਅਸੀਂ ਉਹ ਲੋਕ ਨਹੀਂ ਹਾਂ ਜੋ ਸੰਸਾਰਿਕ ਚੀਜ਼ਾਂ ਦਾ ਪਿੱਛਾ ਕਰਦੇ ਹਨ, ਬਲਕਿ ਉਹ ਲੋਕ ਹਾਂ ਜੋ ਸਵਰਗੀ ਚੀਜ਼ਾਂ ਦਾ ਪਿੱਛਾ ਕਰਦੇ ਹਨ। ਤਦ ਕਿ ਪਰਮੇਸ਼ਵਰ ਸਾਨੂੰ ਇਹ ਨਹੀਂ ਸਿਖਾ ਰਹੇ ਕਿ ਅਸੀਂ ਕਿਵੇਂ ਪਰਮੇਸ਼ਵਰ ਦੇ ਰਾਜ ਵਿੱਚ ਇੱਕ ਸ਼ਾਹੀ ਸਵਾਗਤ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਦੂਸਰਿਆਂ ਦਾ ਆਦਰ ਕਰਨਾ ਕੁਝ ਇਸ ਤਰ੍ਹਾਂ ਹੈ ਜੋ ਸਾਨੂੰ ਈਸ਼ਵਰੀ ਸੁਭਾਅ ਵਿੱਚ ਭਾਗ ਲੈਣ ਦੇ ਲਈ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਦ ਪਰਮੇਸ਼ਵਰ ਦੇ ਚਰਿੱਤਰ ਵਿੱਚ ਬਦਲਣ ਦੀ ਸੰਪੂਰਨ ਪ੍ਰਕਿਰਿਆ ਪੂਰੀ ਹੋ ਸਕਦੀ ਹੈ। ਮੈਂ ਸੰਜਮ ਕਿਵੇਂ ਰੱਖ ਸਕਦਾ ਹਾਂ? ਮੈਂ ਧੀਰਜ ਕਿਵੇਂ ਪ੍ਰਾਪਤ ਕਰ ਸਕਦਾ ਹਾਂ? ਮੈਂ ਭਾਈਚਾਰੇ ਦੇ ਪਿਆਰ ਨੂੰ ਕਿਵੇਂ ਅਭਿਆਸ ਵਿੱਚ ਲਿਆ ਸਕਦਾ? ਜਦੋਂ ਪਰਮੇਸ਼ਵਰ ਸਾਨੂੰ ਪਿਆਰ ਵਧਾਉਣ ਲਈ ਕਹਿੰਦੇ ਹਨ, ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਉਸ ਪਿਆਰ ਨੂੰ ਪੂਰੀ ਤਰ੍ਹਾਂ ਨਾਲ ਕਿਵੇਂ ਪ੍ਰਾਪਤ ਕਰ ਸਕਦਾ ਜੋ ਪਰਮੇਸ਼ਵਰ ਨੇ ਕਿਹਾ। ਇਸ ਨੂੰ ਪ੍ਰਾਪਤ ਕਰਨ ਦਾ ਇੱਕ ਆਸਾਨ ਤਰੀਕਾ ਇਹ ਹੈ ਕਿ ਇਹ ਸਾਰੇ ਗੁਣ ਤਦ ਪ੍ਰਾਪਤ ਹੋ ਸਕਦੇ ਹਨ ਜਦੋਂ ਅਸੀਂ ਇੱਕ ਦੂਸਰੇ ਦਾ ਆਦਰ ਕਰੀਏ। ਅਸੀਂ ਸਕੂਲ ਵਿੱਚ ਹੋਣ ਵਾਲੇ ਹਿੰਸਕ ਅਪਰਾਧਾਂ ਅਤੇ ਧਮਕਾਉਣ ਨੂੰ ਅਤੇ ਕੰਮ ਕਰਨ ਦੀ ਜਗ੍ਹਾ ਦੀ ਹਿੰਸਾ ਨੂੰ ਵੀ ਦੇਖਦੇ ਹਾਂ। ਇਹ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਨਹੀਂ ਜਾਣਦੇ ਕਿ ਇੱਕ ਦੂਸਰੇ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ ਜਾਂ ਇਕਜੁੱਟ ਕਿਵੇਂ ਹੋਣਾ ਹੈ। ਇਹ ਚੀਜ਼ਾਂ ਇਸ ਲਈ ਹੁੰਦੀਆਂ ਹਨ ਕਿਉਂਕਿ ਉਹਨਾਂ ਵਿੱਚ ਇੱਕ ਦੂਸਰੇ ਦੇ ਪ੍ਰਤੀ ਆਦਰ ਦੀ ਕਮੀ ਹੁੰਦੀ ਹੈ। ਲੋਕ ਇੱਕ ਨਹੀਂ ਬਣਦੇ ਕਿਉਂਕਿ ਉਹ ਸਿਰਫ ਆਪਣੇ ਖੁਦ ਦੇ ਫਾਇਦੇ ਦੇ ਲਈ ਕੰਮ ਕਰਦੇ ਹਨ ਅਤੇ ਇਕੱਠੇ ਕੰਮ ਨਹੀਂ ਕਰਦੇ। ਭਾਵੇਂ ਹੀ ਉਹ ਲੋਕ ਇਸ ਤਰ੍ਹਾਂ ਕਰਦੇ ਹਨ, ਪਰ ਕਿ ਸਾਨੂੰ ਹਰ ਦਿਨ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਲਿਖਣਾ ਨਹੀਂ ਚਾਹੀਦਾ ਅਤੇ ਸਾਨੂੰ ਦਿੱਤੇ ਗਏ ਰਾਹ ਤੇ ਨਹੀਂ ਚੱਲਣਾ ਚਾਹੀਦਾ। ਸਵਰਗੀ ਮਾਤਾ ਜੀ ਨੇ ਇੱਕ ਵਾਰ ਫਿਰ ਇਸ ਗੱਲ ਤੇ ਜ਼ੋਰ ਦਿੱਤਾ, ਕਿਉਂ ਜੋ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯੀਸ਼ੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁੱਲ੍ਹ ਨਾਲ ਪ੍ਰਵੇਸ਼ ਕਰਨਾ ਮਿਲੇਗਾ। ਮਾਤਾ ਜੀ ਦੀਆਂ ਗੱਲਾਂ ਸੁਣਦੇ ਹੋਏ ਇੱਕ ਵਾਰ ਫਿਰ ਸਾਡੇ ਦਿਲਾਂ ਤੇ ਮਾਤਾ ਜੀ ਦੇ ਵਚਨਾਂ ਨੂੰ ਲਿਖਦੇ ਸਮੇਂ ਮੇਰੇ ਮਨ ਵਿੱਚ ਦੂਜਾ ਪਤਰਸ ਅਧਿਆਇ 1 ਵਿੱਚ ਈਸ਼ਵਰੀ ਸੁਭਾਅ ਦੇ ਬਾਰੇ ਸਿੱਖਿਆ ਯਾਦ ਆ ਗਈ। ਮੈਂ ਸੋਚਿਆ ਸਾਨੂੰ ਅਸਲ ਵਿੱਚ ਇਸ ਤਰ੍ਹਾਂ ਬਣਨਾ ਚਾਹੀਦਾ ਹੈ। ਮੈਂ ਸੋਚਿਆ ਕਿਉਂਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਹਾਂ ਅਤੇ ਬਦਲੇ ਬਿਨਾਂ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ, ਤਦ ਪਰਮੇਸ਼ਵਰ ਸਾਨੂੰ 21 ਸਿੱਖਿਆ ਨੂੰ ਦੁਹਰਾਉਂਦੇ ਹੋਏ 1 ਵਾਰ 2 ਵਾਰ 3 ਵਾਰ ਅਤੇ 10 ਵਾਰ ਵੀ ਸਿਖਾਉਂਦੇ ਹਨ। ਆਓ ਅਸੀਂ ਅਫਸੀਆਂ ਅਧਿਆਇ 4 ਤੇ ਜਾਈਏ। ਅਧਿਆਇ 4 ਵਚਨ 21। ਜੇ ਤੁਸੀਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸੱਚਾਈ ਯੀਸ਼ੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ। ਭਾਈ, ਤੁਸੀਂ ਅਗਲੇ ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਕੀ ਕਰੋ? ਲਾ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਜੇਕਰ ਅਸੀਂ ਪਹਿਲਾਂ ਦੁਨੀਆ ਦੀ ਈਰਖਾਨਾ ਭਰੇ ਵਿਚਾਰਾਂ ਨਾਲ ਪਿੱਛਾ ਕੀਤਾ, ਜਿਵੇਂ ਜੇਕਰ ਮੈਨੂੰ ਲੋਕਾਂ ਨੂੰ ਕਸ਼ਟ ਦੇਣਾ ਪਵੇ ਤਦ ਮੈਂ ਕਿਵੇਂ ਖੁਸ਼ ਰਹਿ ਸਕਦਾ ਹਾਂ? ਸਾਨੂੰ ਹੁਣ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟ ਦੇਣਾ ਚਾਹੀਦਾ ਹੈ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ
ਜਿਹੜੀ ਪਰਮੇਸ਼ਵਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ। ਵਚਨ 25 ਤੋਂ ਪਰਮੇਸ਼ਵਰ ਸਾਨੂੰ ਨਵੀਂ ਇਨਸਾਨੀਅਤ ਨੂੰ ਪਾਉਣ ਦਾ ਰਾਹ ਸਿਖਾਉਂਦੇ ਹਨ। ਆਓ ਅਸੀਂ ਧਿਆਨ ਨਾਲ ਦੇਖੀਏ ਤਾਂ ਜੋ ਅਸੀਂ ਈਸ਼ਵਰੀ ਸਭਾ ਵਿੱਚ ਭਾਗ ਲੈ ਸਕੀਏ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਇੱਕ ਖੁਸ਼ਹਾਲ ਸਵਾਗਤ ਪ੍ਰਾਪਤ ਕਰ ਸਕੀਏ। ਵਚਨ 25, ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ, ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ। ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ। ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ। ਚੋਰੀ ਕਰਨ ਵਾਲਾ ਅਗਾਂਹ ਨੂੰ ਚੋਰੀ ਨਾ ਕਰੇ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ। ਭਾਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ। ਸਾਨੂੰ ਤੋਬਾ ਕਰਨੀ ਚਾਹੀਦੀ ਹੈ ਅਤੇ ਚੰਗੇ ਕੰਮ ਕਰਨ ਵਿੱਚ ਆਪਣੇ ਹੱਥਾਂ ਨਾਲ ਮਿਹਨਤ ਕਰਨੀ ਚਾਹੀਦੀ ਹੈ, ਇਸ ਲਈ ਕਿ ਜਿਸ ਨੂੰ ਲੋੜ ਹੋਵੇ ਉਸ ਨੂੰ ਦੇਣ ਨੂੰ ਉਸਦੇ ਕੋਲ ਕੁਝ ਹੋਵੇ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ। ਸਾਨੂੰ ਆਪਣੇ ਮੂੰਹ ਵਿੱਚੋਂ ਕੁਝ ਵੀ ਹਾਨੀਕਾਰਕ ਜਾਂ ਅਪਮਾਨਜਨਕ ਨਹੀਂ ਕੱਢਣਾ ਚਾਹੀਦਾ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ। ਭਾਈ ਸੁਣਨ ਵਾਲਿਆਂ ਉੱਤੇ ਕੀ ਹੋਵੇ? ਕਿਰਪਾ ਹੋਵੇ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ। ਸਭ ਕੁੜਤਨ, ਕ੍ਰੋਧ, ਰੌਲਾ ਅਤੇ ਦੁਰਵਚਨ ਸਾਰੀ ਬੁਰਾਈ ਸਣੇ ਤੁਹਾਤੋਂ ਦੂਰ ਹੋਵੇ। ਸਾਨੂੰ ਉਹਨਾਂ ਦਾ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਸਭ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਸਾਨੂੰ ਸਾਰੇ ਬੁਰੇ ਗੁਣਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਜੋ ਸਾਡੇ ਕੋਲ ਅਤੀਤ ਵਿੱਚ ਸੀ। ਵਚਨ 32, ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ, ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਯੀਸ਼ੂ ਵਿੱਚ ਤੁਹਾਨੂੰ ਮਾਫ ਕੀਤਾ। ਅਸੀਂ ਇੱਥੇ ਸਮਝ ਸਕਦੇ ਹਾਂ ਕਿ ਅਨੰਤ ਸਵਰਗੀ ਦੁਨੀਆ ਜਿੱਥੇ ਅਸੀਂ ਜਾ ਰਹੇ ਹਾਂ ਕਿਉਂ ਇੱਕ ਅਦਭੁਤ ਜਗ੍ਹਾ ਹੈ। ਇਹ ਇਸ ਤਰ੍ਹਾਂ ਦੇ ਗੁਣ ਹਨ ਜੋ ਸਵਰਗ ਦੂਤਾਂ ਦੀ ਦੁਨੀਆ ਵਿੱਚ ਸਾਰੇ ਸਵਰਗ ਦੂਤਾਂ ਅਤੇ ਸਵਰਗੀ ਪ੍ਰਾਣੀਆਂ ਦੇ ਕੋਲ ਹਨ। ਤਦ ਕਿ ਇਸ ਕਾਰਨ ਕਰਕੇ ਪਰਮੇਸ਼ਵਰ ਨੇ ਸਾਨੂੰ ਖੁਦ ਨੂੰ ਧਰਮੀ ਦੇ ਰੂਪ ਵਿੱਚ ਸਿੱਖਿਆ ਸਿੱਖਦੇ ਰਹਿਣ ਵਾਸਤੇ ਨਹੀਂ ਕਿਹਾ, ਤਾਂ ਜੋ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਸ ਈਸ਼ਵਰ ਸੁਭਾਅ ਨੂੰ ਪ੍ਰਾਪਤ ਕਰ ਸਕੀਏ। ਆਓ ਅਸੀਂ ਅਧਿਆਇ 5 ਵਚਨ 1 ਤੇ ਜਾਈਏ। ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗੂ ਕਿਸ ਦੀ ਰੀਸ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਾਨੂੰ ਇਸ ਈਸ਼ਵਰੀ ਸੁਭਾਅ ਨੂੰ ਸਿੱਖਣ ਦੀ ਜ਼ਰੂਰਤ ਹੈ। ਇਸ ਲਈ ਇਹ ਲਿਖਿਆ ਗਿਆ ਹੈ, ਪਰਮੇਸ਼ਵਰ ਦੀ ਰੀਸ ਕਰੋ। ਵਚਨ 2, ਅਤੇ ਕਿਸ ਵਿੱਚ ਚੱਲੋ? ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ। ਪਿਆਰ ਵਿੱਚ ਚੱਲੋ। ਜੇਕਰ ਅਸੀਂ ਹੁਣ ਵੀ ਕਿਸੇ ਦੇ ਪ੍ਰਤੀ ਨਫ਼ਰਤ ਜਾਂ ਈਰਖਾ ਰੱਖਦੇ ਹਾਂ, ਤਦ ਇਸ ਦਾ ਮਤਲਬ ਹੈ ਕਿ ਭਾਵੇਂ ਹੀ ਅਸੀਂ ਨਵੇਂ ਨੇਮ ਦਾ ਸੱਚ ਜਾਣਦੇ ਹਾਂ, ਪਰ ਅਸੀਂ ਹੁਣ ਤੱਕ ਨਵੇਂ ਨੇਮ ਦੇ ਅਰਥ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਪਛਾਣਿਆ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਭੋਜਨ ਨੂੰ ਬਿਨਾਂ ਨਿਗਲੇ ਆਪਣੇ ਮੂੰਹ ਵਿੱਚ ਰੱਖਣਾ। ਪਰਮੇਸ਼ਵਰ ਨੇ ਸਾਨੂੰ ਇਸ ਨੂੰ ਅਭਿਆਸ ਵਿੱਚ ਲਿਆਉਣ ਦੇ ਲਈ ਕਿਹਾ। ਅਤੇ ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਭੇਂਟ ਅਤੇ ਬਲੀਦਾਨ ਕਰਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ। ਵਚਨ 3, ਪਰ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦਮਨ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉ ਵੀ ਨਾ ਹੋਵੇ, ਜਿਵੇਂ ਸੰਤਾਂ ਨੂੰ ਯੋਗ ਹੈ। ਅਤੇ ਨਾ ਬੇਸ਼ਰਮੀ, ਨਾ ਮੂੜ ਬਚਨ ਅਥਵਾ ਠੱਠੇਬਾਜ਼ੀ ਜੋ ਅਯੋਗ ਹਨ, ਕੀ ਹੋਇਆ ਕਰੇ? ਧੰਨਵਾਦ ਹੋਇਆ ਕਰੇ, ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕਾ ਜਾਣਦੇ ਹੋ, ਭਾਈ ਕਿਸੇ ਹਰਾਮਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਧਿਕਾਰ ਨਹੀਂ। ਸਾਨੂੰ ਇਹਨਾਂ ਸਾਰੇ ਅਰਥਹੀਨ ਵਿਚਾਰਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਧੀਰਜ, ਸੰਜਮ, ਪਿਆਰ ਅਤੇ ਭਾਈਚਾਰੇ ਦਾ ਪਿਆਰ ਰੱਖਣਾ ਚਾਹੀਦਾ ਹੈ, ਜਿਵੇਂ ਪਰਮੇਸ਼ਵਰ ਨੇ ਸਾਨੂੰ ਦੂਜਾ ਪਤਰਸ ਅਧਿਆਇ 1 ਵਿੱਚ ਸਿਖਾਇਆ ਹੈ। ਸਾਨੂੰ ਆਪਣੇ ਵਿਸ਼ਵਾਸ ਦੇ ਹਰ ਕਦਮ ਵਿੱਚ ਹੌਲੀ-ਹੌਲੀ ਬਦਲਾਵ ਕਰਨਾ ਚਾਹੀਦਾ ਹੈ। ਵਚਨ 6, ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕੋਪ ਅਨਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਤੁਸੀਂ ਉਹਨਾਂ ਦੀ ਸਾਂਝੀ ਨਾ ਹੋਵੇ, ਕਿਉਂ ਜੋ ਤੁਸੀਂ ਅੱਗੇ ਹਨੇਰਾ ਸਾਂ, ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ। ਤੁਸੀਂ ਚਾਨਣ ਦੇ ਪੁੱਤਰਾਂ ਵਾਂਗੂ ਚੱਲੋ। ਵਚਨ 9, ਚਾਨਣ ਦਾ ਫਲ ਹਰ ਭਾਂਤ ਦੀ ਭਲਾਈ, ਧਰਮ ਅਤੇ ਸੱਚਾਈ ਵਿੱਚ ਹੈ,
ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ਵਰ ਨੂੰ ਕੀ ਪਾਉਂਦਾ ਹੈ ਅਤੇ ਹਨੇਰੇ ਦੇ ਅਫਲ ਕਾਰਜਾਂ ਵਿੱਚ ਸਾਂਝੀ ਨਾ ਹੋਵੇ, ਪਰ ਉਹਨਾਂ ਮਤਲਬ ਹਨੇਰੇ ਦੇ ਕੰਮ ਨੂੰ ਨੰਗਿਆ ਕਰੋ। ਸਾਨੂੰ ਉਹ ਬਣਨਾ ਚਾਹੀਦਾ ਹੈ ਜੋ ਜਾਣਦੇ ਹਨ ਕਿ ਥੋੜਾ ਥੋੜਾ ਕਰਕੇ ਪਰਮੇਸ਼ਵਰ ਵਿੱਚ ਕਿਵੇਂ ਰਹਿ ਸਕਦੇ ਹਾਂ। ਸਾਨੂੰ ਇੱਕ ਦੂਸਰੇ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਸਵਰਗੀ ਪਰਿਵਾਰ ਦੇ ਮੈਂਬਰ ਬਣਨਾ ਚਾਹੀਦਾ ਹੈ ਜੋ ਦੂਸਰਿਆਂ ਨੂੰ ਖੁਦ ਤੋਂ ਵਧੀਆ ਮੰਨਦੇ ਹਨ। ਆਓ ਅਸੀਂ ਰੋਮੀਆਂ ਅਧਿਆਇ 12 ਵਚਨ 8 ਦੇਖੀਏ। ਜੋ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ, ਦਾਨ ਦੇਣ ਵਾਲਾ ਖੁੱਲੇ ਦਿਲ ਦੇਵੇ, ਉਪਕਾਰ ਤਰਦਦ ਨਾਲ ਹੋਵੇ, ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ, ਪ੍ਰੇਮ ਨਿਸ਼ਕਪਟ ਹੋਵੇ, ਬੁਰਾਈ ਤੋਂ ਸੁੱਖ ਕਰੋ, ਭਲਾਈ ਨਾਲ ਮਿਲੇ ਰਹੋ, ਪਰਪਨ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਰੱਖੋ। ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਆਦਰ ਵਿੱਚ ਦੂਏ ਨੂੰ ਚੰਗਾ ਸਮਝੋ। ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਇੱਕ ਦੂਸਰੇ ਦਾ ਆਦਰ ਕਰਨਾ ਚਾਹੀਦਾ ਹੈ। ਸਾਨੂੰ ਇੱਕ ਦੂਸਰੇ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ? ਆਦਰ ਵਿੱਚ ਇੱਕ ਦੂਏ ਨੂੰ ਚੰਗਾ ਸਮਝੋ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿਉਂਕਿ ਉਹ ਵਿਅਕਤੀ ਉਹਨਾਂ ਪ੍ਰਭਾਵਸ਼ਾਲੀ ਨਹੀਂ ਹੈ ਜਿੰਨਾ ਮੈਂ ਹਾਂ ਤਾਂ ਉਸਨੂੰ ਮੇਰੇ ਤੋਂ ਸਿੱਖਣ ਦੀ ਜ਼ਰੂਰਤ ਹੈ। ਅਸੀਂ ਪਰਿਵਾਰ ਹਾਂ ਜੋ ਸਵਰਗ ਜਾ ਰਹੇ ਹਾਂ। ਆਓ ਅਸੀਂ ਵਚਨ 10 ਦੇ ਨਾਲ ਜਾਰੀ ਰਹੀਏ। ਪਰਪਨ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ, ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ, ਆਸ਼ਾ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਧਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ, ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪ੍ਰੋਨਚਾਰੀ ਪੁੱਜ ਕੇ ਕਰੋ, ਆਪਣੇ ਦੁਖਦਾਈਆਂ ਨੂੰ ਆਸੀਸ ਦਿਓ, ਫਿਟਕਾਰੋ ਨਾ, ਆਨੰਦ ਕਰਨ ਵਾਲਿਆਂ ਦੇ ਨਾਲ ਆਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ, ਆਪੋ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਾਨ ਨਾ ਲਾਓ ਪਰ ਨੀਵਿਆਂ ਨਾਲ ਮਿਲੇ ਰਹੋ, ਆਪਣੀ ਜਾਂਚ ਵਿੱਚ ਸਿਆਣੇ ਨਾ ਬਣ ਬੈਠੋ, ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਦਾ ਧਿਆਨ ਰੱਖੋ। ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਕੀ ਰੱਖੋ? ਮੇਲ ਰੱਖੋ। ਪਰਮੇਸ਼ਵਰ ਨੇ ਸਾਨੂੰ ਇੱਕ ਦੂਸਰੇ ਨਾਲ ਮੇਲ ਰੱਖਣ ਅਤੇ ਸਦਭਾਵਨਾ ਵਿੱਚ ਰਹਿਣ ਦੇ ਲਈ ਕਿਹਾ ਹੈ। ਵਚਨ 19, ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ, ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੂ ਆਖਦਾ ਹੈ, ਭਾਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਵਾਂਗਾ। ਇਹ ਬਚਨ ਵਿਵਸਥਾ ਸਾਰ ਅਧਿਆਇ 32 ਵਿੱਚ ਦਿੱਤੇ ਗਏ ਹਨ, ਹੈ ਨਾ? ਪਰ ਜੇਕਰ ਤੇਰੀ ਵੈਰੀ ਭੁੱਖਾ ਹੋਵੇ ਤਾਂ ਉਸਨੂੰ ਰੋਟੀ ਖਵਾ, ਜੇ ਪਿਆਸਾ ਹੋਵੇ ਤਾਂ ਉਸਨੂੰ ਪਾਣੀ ਪਿਆ, ਕਿਉਂ ਜੋ ਅਜਿਹਾ ਕਰਕੇ ਤੂੰ ਉਸਨੂੰ ਸ਼ਰਮਿੰਦਗੀ ਦੇਵੇਂਗੇ ਅਤੇ ਯਹੋਵਾ ਤੈਨੂੰ ਫਲ ਦੇਵੇਗਾ। ਬੁਰਾਈ ਤੋਂ ਨਾ ਹਾਰੋ ਪਰ ਭਲਾਈ ਨਾਲ ਬੁਰਾਈ ਨੂੰ ਜਿੱਤ ਲਓ। ਸਾਨੂੰ ਸਿਓਨ ਵਿੱਚ ਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਸਾਨੂੰ ਇਹ ਸਿਰਫ ਜਾਣਨਾ ਨਹੀਂ ਚਾਹੀਦਾ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਅਸਫਲ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਇਹ ਸੋਚ ਕੇ ਕਿ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਪਰਮੇਸ਼ਵਰ ਦੇ ਹੁਕਮ ਹਨ। ਕੀ ਕਰਨਾ ਚਾਹੀਦਾ ਹੈ? ਸਾਨੂੰ ਆਦਰ ਕਰਨ ਵਿੱਚ ਇੱਕ ਦੂਸਰੇ ਨਾਲੋਂ ਵਧਣਾ ਚਾਹੀਦਾ ਹੈ। ਸਾਰੇ ਲੋਕੋ, ਆਓ ਅਸੀਂ ਇੱਕ ਉਦਾਹਰਨ ਲਈਏ। ਮੰਨ ਲਓ ਕਿ ਇੱਕ ਪਰਿਵਾਰ ਵਿੱਚ 3 ਬੱਚੇ ਹਨ। ਦੂਜੇ 2 ਦੀ ਤੁਲਨਾ ਵਿੱਚ ਸਭ ਤੋਂ ਛੋਟਾ ਭਰਾ ਹੋਸ਼ਿਆਰ ਜਾਂ ਦੋਸਤਾਨਾ ਨਹੀਂ ਹੈ। ਕੀ ਹੋਵੇਗਾ ਜੇਕਰ ਸਭ ਤੋਂ ਵੱਡਾ ਭਰਾ ਜੋ ਬਹੁਤ ਪ੍ਰਤਿਭਾਵ ਹੈ ਸਭ ਤੋਂ ਛੋਟੇ ਭਰਾ ਨੂੰ ਬੋਲੇ, ਤੁਸੀਂ ਇੰਨੇ ਮੂਰਖ ਕਿਉਂ ਹੋ? ਕੀ ਉਹ ਅਸਲ ਵਿੱਚ ਇਸ ਤਰ੍ਹਾਂ ਬੋਲੇਗਾ? ਇਸ ਦੇ ਬਜਾਏ ਸਭ ਤੋਂ ਵੱਡਾ ਭਰਾ ਕੀ ਕਰੇਗਾ? ਭਾਵੇਂ ਹੋਰ ਲੋਕ ਉਸ ਦੇ ਬਾਰੇ ਬੁਰੀ ਗੱਲ ਕਰਨ, ਤਦ ਕਿ ਉਹ ਸਭ ਤੋਂ ਛੋਟੇ ਭਰਾ ਨੂੰ ਵਧੀਆ ਕਰਨ ਦੇ ਲਈ ਦਿਲਾਸਾ ਅਤੇ ਹੌਸਲਾ ਨਹੀਂ ਦੇਵੇਗਾ। ਇਸ ਤਰ੍ਹਾਂ ਨਾਲ ਸਾਨੂੰ ਇੱਕ ਦੂਸਰੇ ਦੇ ਪ੍ਰਤੀ ਕੰਮ ਕਰਨਾ ਚਾਹੀਦਾ ਹੈ। ਸਾਨੂੰ ਇੱਕ ਦੂਸਰੇ ਦਾ ਆਦਰ ਕਰਨਾ ਚਾਹੀਦਾ ਹੈ। ਸਾਰੇ ਲੋਕੋ, ਕੀ ਤੁਸੀਂ ਹੰਸ ਕ੍ਰਿਸਚਨ ਐਡਰਸਨ ਨੂੰ ਜਾਣਦੇ ਹੋ? ਉਹ ਬਦਸੂਰਤ ਬੱਤਖ ਦਾ ਬੱਚਾ ਦਾ ਲੇਖਕ ਹੈ। ਉਸਨੇ ਇਹ ਵੀ ਲਿਖਿਆ, ਦ ਲਿਟਲ ਮੈਚ ਗਰਲ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਦੋਂ ਐਡਰਸਨ ਛੋਟਾ ਸੀ ਤਦ ਉਸਨੂੰ ਹੋਰ ਬੱਚਿਆਂ ਦੁਆਰਾ ਹਮੇਸ਼ਾ ਤੰਗ ਕੀਤਾ ਜਾਂਦਾ ਸੀ। ਇਹ ਇਸ ਲਈ ਸੀ ਕਿਉਂਕਿ ਉਹ ਥੋੜਾ ਬਦਸੂਰਤ ਸੀ ਅਤੇ ਉਸਦਾ ਪਰਿਵਾਰ ਬਹੁਤ ਗਰੀਬ ਸੀ। ਇਹਨੇ ਨਕਾਰਾਤਮਕ ਹਾਲਾਤਾਂ ਵਿੱਚ ਹੋਣ ਦੇ ਬਾਵਜੂਦ ਕਿ ਉਸਨੇ ਨਿਰਾਸ਼ ਹੋਣ ਦੇ ਬਜਾਏ ਕਹਾਣੀਆਂ ਨੂੰ ਨਹੀਂ ਲਿਖਿਆ। ਕਹਾਣੀਆਂ ਲਿਖਣ ਦੀਆਂ ਗੱਲਾਂ ਕਰੀਏ ਤਦ ਉਹ ਕਿਸੇ ਹੋਰ ਤੋਂ ਵਧੀਆ ਸੀ। ਦੁਨੀਆ ਭਰ ਵਿੱਚ ਸਾਰੇ ਲੋਕ ਐਡਰਸਨ ਦਾ ਨਾਮ ਜਾਣਦੇ ਹਨ, ਪਰ ਕੋਈ ਵੀ ਉਹਨਾਂ ਬੱਚਿਆਂ ਦੇ ਨਾਮ ਨਹੀਂ ਜਾਣਦਾ ਜਿਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ ਸੀ। ਸਾਰੇ ਲੋਕੋ, ਕੀ ਤੁਸੀਂ ਸਹਿਮਤ ਨਹੀਂ ਹੋ? ਜਦੋਂ ਐਡਰਸਨ ਨੂੰ ਬਾਅਦ ਵਿੱਚ ਉਸਦੇ ਜੀਵਨ ਵਿੱਚ ਪੁੱਛਿਆ ਗਿਆ, ਤੁਸੀਂ ਇੰਨੇ ਸਫਲ ਕਿਵੇਂ ਬਣ ਸਕੇ? ਤਦ ਉਸਨੇ ਕਿਹਾ, ਮੈਂ ਬਦਸੂਰਤ ਬੱਤਖ ਦਾ ਬੱਚਾ ਲਿਖ ਸਕਿਆ
ਕਿਉਂਕਿ ਮੈਂ ਖੁਦ ਅਨੁਭਵ ਕੀਤਾ ਕਿ ਬਦਸੂਰਤ ਹੋਣਾ ਕਿਵੇਂ ਸੀ, ਅਤੇ ਉਹ ਦਾ ਲਿਟਲ ਮੈਚ ਗਰਲ ਲਿਖ ਸਕਿਆ ਕਿਉਂਕਿ ਉਸਨੇ ਗਰੀਬੀ ਦਾ ਅਨੁਭਵ ਕੀਤਾ ਸੀ। ਉਸਨੇ ਕਿਹਾ ਕਿ ਉਸਦੇ ਨਕਾਰਾਤਮਕ ਹਾਲਾਤਾਂ ਨੇ ਉਸਨੂੰ ਮਹਾਨ ਬਣਾ ਦਿੱਤਾ। ਇਹ ਕਹਿਣ ਦੇ ਬਜਾਏ ਮੇਰੇ ਹਾਲਾਤ ਚੰਗੇ ਨਹੀਂ ਹਨ, ਇਸ ਲਈ ਮੈਂ ਇਸ ਪ੍ਰਕਾਰ ਦੇ ਸੁਭਾਅ ਵਿੱਚ ਬਦਲਾਵ ਨਹੀਂ ਕਰ ਸਕਦਾ। ਸਾਨੂੰ ਕਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਪਿਤਾ ਅਤੇ ਮਾਤਾ ਜੀ ਨੇ ਮੈਨੂੰ ਕਰਨ ਦੇ ਲਈ ਕਿਹਾ, ਤਦ ਮੈਂ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਨ ਕਰਾਂਗਾ। ਜਦੋਂ ਤੱਕ ਸਾਡੇ ਕੋਲ ਇਹ ਦ੍ਰਿੜ ਮਕਸਦ ਹੈ, ਤਦ ਅਸੀਂ ਮਹਾਨ ਸ਼ਖਸੀਅਤ ਬਣ ਜਾਵਾਂਗੇ ਜਿਨ੍ਹਾਂ ਦੇ ਨਾਮ ਹਮੇਸ਼ਾ ਦੇ ਲਈ ਚਮਕਣਗੇ। ਭਾਵੇਂ ਹੀ ਸਾਡੇ ਵਰਤਮਾਨ ਹਾਲਾਤ ਐਡਿਸਨ ਦੇ ਵਾਂਗ ਨਕਾਰਾਤਮਕ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਕ ਚੰਗਾ ਕੰਮ ਸਿਰਫ ਇਸ ਲਈ ਕਰਾਂਗੇ ਕਿਉਂਕਿ ਸਾਡਾ ਆਲੇ ਦੁਆਲੇ ਚੰਗਾ ਹੈ। ਸਾਰੇ ਲੋਕੋ, ਨਿਊਜ਼ੀਲੈਂਡ ਵਿੱਚ ਕੀਵੀ ਨਾਮ ਦਾ ਪੰਛੀ ਹੈ। ਉਹਨਾਂ ਦੇ ਕੋਲ ਖੰਭ ਹਨ। ਭਾਵੇਂ ਹੀ ਉਹਨਾਂ ਦੇ ਕੋਲ ਖੰਭ ਹਨ, ਉਹ ਉੱਡ ਨਹੀਂ ਸਕਦੇ। ਨਿਊਜ਼ੀਲੈਂਡ ਵਿੱਚ ਕੀਵੀ ਦੇ ਕੁਦਰਤੀ ਦੁਸ਼ਮਣ ਨਹੀਂ ਹਨ। ਇਸ ਤਰ੍ਹਾਂ ਇਸ ਲਈ ਨਹੀਂ ਹੈ ਕਿ ਕੀਵੀ ਬਾਜ ਦੇ ਵਾਂਗ ਸ਼ਿਕਾਰੀ ਪੰਛੀ ਹੈ, ਪਰ ਉਹ ਇਸ ਕਾਰਨ ਕਰਕੇ ਉੱਡ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕੋਲ ਕੋਈ ਕੁਦਰਤੀ ਦੁਸ਼ਮਣ ਨਹੀਂ ਹੈ। ਕਿਉਂਕਿ ਉਹਨਾਂ ਦਾ ਭੋਜਨ ਉਹਨਾਂ ਦੇ ਚਾਰੇ ਪਾਸੇ ਪਾਇਆ ਜਾਂਦਾ ਹੈ, ਤਦ ਉਹਨਾਂ ਨੂੰ ਸਿਰਫ ਆਪਣੇ ਸਿਰ ਨੂੰ ਮੋੜਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਹ ਉਡਾਨ ਭਰਨ ਦੇ ਬਜਾਏ ਚੱਲਣਾ ਪਸੰਦ ਕਰਦੇ ਹਨ। ਨਤੀਜੇ ਵਜੋਂ ਉਹਨਾਂ ਨੇ ਇੱਕ ਪੰਛੀ ਦੇ ਰੂਪ ਵਿੱਚ ਆਪਣੀ ਮੂਲ ਭੂਮਿਕਾ ਗਵਾ ਦਿੱਤੀ ਹੈ, ਅਤੇ ਭਾਵੇਂ ਉਹਨਾਂ ਦੇ ਕੋਲ ਖੰਭ ਹਨ, ਉਹਨਾਂ ਦਾ ਇਸਤੇਮਾਲ ਉਡਾਨ ਦੇ ਲਈ ਨਹੀਂ ਕੀਤਾ ਜਾ ਸਕਦਾ। ਇਹ ਕਿੰਨੇ ਦੁੱਖ ਦੀ ਗੱਲ ਹੈ। ਤੁਸੀਂ ਮੰਨ ਸਕਦੇ ਹੋ, ਚੰਗੇ ਹਾਲਾਤ ਮੈਨੂੰ ਵਧੀਆ ਅਤੇ ਉੱਚੇ ਅਹੁਦੇ ਪ੍ਰਾਪਤ ਕਰਨ ਦੇਣਗੇ। ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਜਾਂ ਨਹੀਂ, ਪਰ ਇਹ ਸੱਚ ਨਹੀਂ ਹੈ। ਸਾਰੇ ਲੋਕੋ, ਤੁਹਾਨੂੰ ਕੀ ਲੱਗਦਾ ਹੈ ਐਡਿਸਨ ਸੁੰਦਰ ਪੈਦਾ ਨਹੀਂ ਹੋਇਆ ਸੀ ਅਤੇ ਉਹ ਗਰੀਬੀ ਵਿੱਚ ਪੈਦਾ ਹੋਇਆ ਸੀ? ਹਾਲਾਂਕਿ ਉਹ ਇੱਕ ਹੋਣਹਾਰ ਲੇਖਕ ਸੀ। ਕਿ ਉਹ ਇੱਕ ਵਿਸ਼ਵ ਪ੍ਰਸਿੱਧ ਲੇਖਕ ਨਹੀਂ ਹੈ? ਉਹ ਸਦੀਆਂ ਤੋਂ ਪ੍ਰਸਿੱਧ ਸੀ। ਜਦੋਂ ਲੋਕ ਐਡਿਸਨ ਦਾ ਨਾਮ ਸੁਣਦੇ ਹਨ, ਤਦ ਉਹ ਕਹਿੰਦੇ ਹਨ ਕਿ ਉਹ ਬਦਸੂਰਤ ਬੱਤਖ ਦਾ ਬੱਚਾ ਦਾ ਲੇਖਕ ਨਹੀਂ ਹੈ। ਉਹ ਪ੍ਰਸਿੱਧ ਲੇਖਕ ਹੈ ਜਿਨ੍ਹਾਂ ਨੇ ਦਾ ਲਿਟਲ ਮੈਚ ਗਰਲ ਲਿਖਿਆ ਹੈ। ਸਾਰੇ ਲੋਕ ਉਹਨਾਂ ਦਾ ਨਾਮ ਜਾਣਦੇ ਹਨ, ਪਰ ਕੋਈ ਨਹੀਂ ਜਾਣਦਾ ਕਿ ਜਿਨ੍ਹਾਂ ਬੱਚਿਆਂ ਨੇ ਉਹਨਾਂ ਦਾ ਮਜ਼ਾਕ ਉਡਾਇਆ, ਉਹਨਾਂ ਦਾ ਨਾਮ ਜੌਨ ਸੀ ਜਾਂ ਪੌਲ ਜਾਂ ਕੁਝ ਹੋਰ ਸੀ। ਕੀ ਇਹ ਸੱਚ ਨਹੀਂ ਹੈ? ਸਾਨੂੰ ਈਸ਼ਵਰ ਸੁਭਾਅ ਵਿੱਚ ਭਾਗ ਲੈਣ ਦੇ ਲਈ ਪਰਮੇਸ਼ਵਰ ਕਦੀ-ਕਦੀ ਸਾਨੂੰ ਅਨੇਕ ਮੁਸ਼ਕਿਲ ਹਾਲਾਤਾਂ ਵਿੱਚ ਪਾਉਂਦੇ ਹਨ। ਜਦੋਂ ਅਸੀਂ ਚਾਰੇ ਪਾਸੇ ਦੇਖਦੇ ਹਾਂ, ਤਦ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈ ਜੋ ਇਸ ਪਾਪ ਨਾਲ ਭਰੇ ਸੰਸਾਰ ਵਿੱਚ ਸਾਡੇ ਲਈ ਸਿਰਫ ਚੰਗੀਆਂ ਗੱਲਾਂ ਕਹਿੰਦਾ ਹੈ। ਕਦੀ-ਕਦੀ ਲੋਕ ਸਾਨੂੰ ਬਹੁਤ ਗੁੱਸਾ ਕਰ ਸਕਦੇ ਹਨ। ਹਾਲਾਂਕਿ ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਆਦਰ ਕਰਨ ਵਿੱਚ ਇੱਕ ਦੂਸਰੇ ਤੋਂ ਵੱਧ ਚੱਲਣਾ ਚਾਹੀਦਾ ਹੈ, ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸਯੋਗ ਰਹਿਣਾ ਚਾਹੀਦਾ ਹੈ। ਪਿਆਰੇ ਭਰਾਵਾਂ ਨੂੰ ਅਤੇ ਸਾਡੇ ਅਨੰਤ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਤੱਕ ਇੱਕ ਦੂਸਰੇ ਨੂੰ ਵਿਸ਼ਵਾਸ ਨੂੰ ਫੜੀ ਰੱਖਣ ਦੇ ਲਈ ਉਤਸ਼ਾਹਿਤ ਕਰਨਾ ਹੈ। ਸਾਰੇ ਲੋਕੋ, ਤੁਸੀਂ ਗੀਸ ਪੰਛੀ ਬਾਰੇ ਸੁਣਿਆ ਹੈ ਨਾ? ਜਦੋਂ ਉਹਨਾਂ ਵਿੱਚੋਂ ਇੱਕ ਵੀ ਬਹੁਤ ਥੱਕ ਜਾਂਦਾ ਹੈ, ਤਦ ਦੋ ਹੋਰ ਗੀਸ ਉਸ ਦੇ ਨਾਲ ਪਿੱਛੇ ਰਹਿੰਦੇ ਹਨ ਅਤੇ ਉਸ ਨੂੰ ਆਪਣੀ ਤਾਕਤ ਦੁਬਾਰਾ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਅਤੇ ਜੇਕਰ ਗੀਸ ਨੂੰ ਗੋਲੀ ਮਾਰ ਦਿੱਤੀ ਗਈ ਹੋਵੇ, ਤਦ ਉਹ ਤਦ ਤੱਕ ਉਸ ਦੇ ਕੋਲ ਰਹਿੰਦਾ ਹੈ ਜਦੋਂ ਤੱਕ ਉਹ ਆਪਣੇ ਅੰਤਮ ਸਾਹ ਨਹੀਂ ਲੈਂਦਾ। ਪਸ਼ੂਆਂ ਦੀ ਦੁਨੀਆ ਵਿੱਚ ਵੀ ਭਾਈਚਾਰੇ ਦਾ ਪਿਆਰ ਅਤੇ ਏਕਤਾ ਹੈ। ਫਿਰ ਸਿਓਨ ਵਿੱਚ ਇਸ ਤਰ੍ਹਾਂ ਦਾ ਪਿਆਰ ਕਿੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਨਾ? ਇਸ ਤਰ੍ਹਾਂ ਕਰਨ ਤੇ ਮੈਨੂੰ ਆਸ ਹੈ ਕਿ ਸਾਰੇ ਸਿਓਨ ਦੇ ਮੈਂਬਰਾਂ ਨੂੰ ਅਨੰਤ ਸਵਰਗ ਦੇ ਰਾਜ ਵਿੱਚ ਇੱਕ ਸ਼ਾਹੀ ਸਵਾਗਤ ਮਿਲੇਗਾ, ਜਿੱਥੇ ਪਿਤਾ ਅਤੇ ਮਾਤਾ ਜੀ ਚਾਹੁੰਦੇ ਹਨ ਕਿ ਅਸੀਂ ਜਾਈਏ। ਸਾਡੇ ਆਲੇ ਦੁਆਲੇ ਸਕਾਰਾਤਮਕ ਹਾਲਾਤਾਂ ਦੀ ਤੁਲਨਾ ਵਿੱਚ ਜ਼ਿਆਦਾ ਨਕਾਰਾਤਮਕ ਹਾਲਾਤ ਹਨ। ਸਾਨੂੰ ਇਹਨਾਂ ਹਾਲਾਤਾਂ ਦੇ ਲਈ ਧੰਨਵਾਦੀ ਹੋਣਾ ਚਾਹੀਦਾ ਹੈ, ਭਾਵੇਂ ਉਹਨਾਂ ਵਿੱਚ ਥੋੜੀ ਕਮੀ ਹੈ। ਐਂਡਰਸਨ ਨੇ ਕਿਹਾ ਕਿ ਜੇਕਰ ਉਸਦੇ ਹਾਲਾਤ ਸਕਾਰਾਤਮਕ ਹੁੰਦੇ, ਤਦ ਉਹ ਕਦੀ ਵੀ ਦਾ ਲਿਟਲ ਮੈਚ ਗਰਲ ਨਹੀਂ ਲਿਖ ਸਕਦਾ ਜਾਂ ਬਦਸੂਰਤ ਬੱਤਖ ਦਾ ਬੱਚਾ ਵਰਗੀ ਕਹਾਣੀ ਨੂੰ ਵੀ ਕਲਪਨਾ ਨਹੀਂ ਕਰ ਸਕਦਾ ਸੀ। ਮੇਰਾ ਮੰਨਣਾ ਹੈ ਕਿ ਜੋ ਸਾਨੂੰ ਬੁਰਾ ਬਣਾਉਂਦੀ ਹੈ, ਉਹ ਬੁਰੇ ਹਾਲਾਤ ਨਹੀਂ ਹਨ। ਬੁਰੇ ਹਾਲਾਤਾਂ ਦੇ ਦੁਆਰਾ ਕੁਝ ਹਾਸਿਲ ਕਰਨਾ ਮਹੱਤਵਪੂਰਨ ਹੈ। ਪਰਮੇਸ਼ਵਰ ਦੇ ਰਾਜ ਵਿੱਚ ਵੱਡੇ ਆਦਰ ਦੇ ਨਾਲ ਪ੍ਰਵੇਸ਼ ਕਰਨ ਦੇ ਲਈ
ਸਾਨੂੰ ਭਾਈਚਾਰੇ ਦੇ ਪਿਆਰ ਵਿੱਚ ਇੱਕ ਦੂਸਰੇ ਦੇ ਪ੍ਰਤੀ ਸਮਰਪਿਤ ਰਹਿਣ ਅਤੇ ਇੱਕ ਦੂਸਰੇ ਦਾ ਆਦਰ ਕਰਨ ਦੀ ਜ਼ਰੂਰਤ ਹੈ। ਪਹਿਲਾਂ ਇਹਨਾਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ। ਉਹਨਾਂ ਵਿੱਚ ਈਸ਼ਵਰੀ ਸੁਭਾਅ ਨੂੰ ਪਾਉਣ ਵਿੱਚ ਸਾਡੀ ਮਦਦ ਕਰਨ ਦੇ ਲਈ ਕਈ ਉਪਯੋਗੀ ਚੀਜ਼ਾਂ ਹਨ। ਇੱਕ ਦੂਸਰੇ ਦਾ ਆਦਰ ਕਰੋ ਅਤੇ ਇੱਕ ਦੂਸਰੇ ਨੂੰ ਪਿਆਰ ਕਰੋ। ਸਾਨੂੰ ਉਹ ਨਹੀਂ ਹੋਣਾ ਚਾਹੀਦਾ ਜੋ ਇਸ ਤਰ੍ਹਾਂ ਕਹਿੰਦਾ ਹੈ, ਐਡਿਸਨ ਤੁਸੀਂ ਬੇਕਾਰ ਅਤੇ ਬਦਸੂਰਤ ਹੋ, ਬਲਕਿ ਸਾਨੂੰ ਉਹ ਬਣਨਾ ਚਾਹੀਦਾ ਹੈ ਜੋ ਕਹਿ ਸਕਦੇ ਹਨ, ਐਡਿਸਨ ਤੁਹਾਡੇ ਕੋਲ ਆਪਣੇ ਲੇਖ ਦੇ ਦੁਆਰਾ ਕਈ ਸਬਕ ਦੇਣ ਦਾ ਇੱਕ ਮਹਾਨ ਹੁਨਰ ਹੈ, ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਸ ਤਰ੍ਹਾਂ ਤੁਸੀਂ ਇੱਕ ਇਸ ਤਰ੍ਹਾਂ ਦੇ ਵਿਅਕਤੀ ਬਣ ਸਕਦੇ ਹੋ ਜਿਨ੍ਹਾਂ ਨੂੰ ਕਈ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇਹ ਉਸ ਪ੍ਰਕਾਰ ਦਾ ਸਿਉਣ ਹੈ ਜਿਸ ਨੂੰ ਪਿਤਾ ਅਤੇ ਮਾਤਾ ਜੀ ਚਾਹੁੰਦੇ ਹਨ। ਇਸ ਲਈ ਸਾਨੂੰ ਭਾਈਚਾਰੇ ਦਾ ਪਿਆਰ ਰੱਖਣਾ ਅਤੇ ਆਦਰ ਕਰਨ ਵਿੱਚ ਇੱਕ ਦੂਸਰੇ ਤੋਂ ਵੱਧ ਕੇ ਚੱਲਣਾ ਚਾਹੀਦਾ ਹੈ। ਜੋਸ਼ ਵਿੱਚ ਕਮੀ ਨਹੀਂ ਹੋਣੀ ਚਾਹੀਦੀ, ਪਰ ਸਿਉਣ ਵਿੱਚ ਪਰਮੇਸ਼ਵਰ ਦੀ ਸੇਵਾ ਕਰਦੇ ਹੋਏ ਆਪਣੇ ਆਤਮਿਕ ਉਤਸ਼ਾਹ ਨੂੰ ਬਣਾਏ ਰੱਖਣਾ ਚਾਹੀਦਾ ਹੈ। ਸਵਰਗ ਵਿੱਚ ਪਹੁੰਚਣ ਦੇ ਅੰਤਮ ਪਲ ਤੱਕ ਤੁਹਾਨੂੰ ਮਿਹਨਤ ਨਾਲ ਦੌੜਨ ਲਈ ਕਹਿੰਦੇ ਹੋਏ ਮੈਂ ਇਸ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ।